गुरु वाहे 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 गुरु वाहिगुरु जी का खालसा वाहिगुरु जी की फतेह। सतगुरु जी की किरपा दे नाल चल रही लड़ीवार अरदास दी विचार दे अंदर आपां कल तक निजी अते पंथक जां जमाती अरदास की विचार की है। अज का जो विषय है अरदास का वह है अरदास असी किस किस तरीके की करते हाँ। अरदासां तो असी बहुत करते हाँ पर उसके कुछ वख-वख भाग हैं जां कह लो वख-वख उसदियां मंजिलां हैं। उन्हां दी रल मिल करके विचार करांगे। तो जदों असी मंगण की बारी आउंदी है तो आरंभता दे विच ये शब्द कहने आ कि हे निमाणियां दे माण, निताणियां दे ताण, नियोटियां दी ओट, निआसरियां दे आसरा। अरदास की आरंभता तो ही सानू एक जिहड़ा है वो कह लो सुनेहा मिल जाता है या मैसेज मिल जाता है कि असी जदों गुरु के दर दे उत्ते आए हाँ तो साड़ी अवस्था की है। असी कहने कि हे निमाणियां दे माण। निमाणा वो हुंदा है जिसके पास कुछ भी नहीं है, ना धन पदार्थ, ना कोई गुण, ना कोई पदवी, ना कोई उसका दुनियावी मालिक। तो जदों असीं अरदास करते हैं तो आरंभता इस गल तो करते हैं कि पातशाह जी मेरा कुछ भी नहीं है, सारा कुछ तुसीं ही हो। निताणियां दे ताण, जिसदे कोल कोई ताकत नहीं है, ताण नहीं है, कोई शक्ति नहीं है, वो अरदास करते हैं कि पातशाह जी मेरी शक्ति तुसीं हो। नियोटियां दी ओट, जिसका कोई दुनियावी मालक नहीं है, जिसका कोई दुनियावी पालक नहीं है, वो कहता कि पातशाह जी मैनू तुहाडे ते ही ओट है, तुहाडा ही मैनू आधार है। निआसरियां दे आसरा, जिन्हों दुनिया दे विच कोई आसरा नहीं है, उसनों जे आसरा वो अकाल पुरख परमात्मा दा ते पूरे गुरु दा है। तो जदों इस अरदास करते हाँ, कोई भी असी जिहड़ा पाठ कीता हुंदा है, चाहे नितनेम का कीता होवे सवेर का जां शाम का, जां अखंड पाठ, सहज पाठ, सुखमनी साहिब, कोई भी पाठ कीता होवे, उस दे बाबत असी अरदास करते हैं कि पातशाह जी असी बच्चे हाँ, पावन बाणी का पाठ करते हाँ, अखर वाधा घाटा भुल चुक मुआफ करनी। ये अरदास जिहड़ी है दुनिया ते कोई भी वड्डे तो वड्डा ग्रंथी करे, वड्डे तो वड्डा साधु करे, भावें
ਸਾਡੇ 5 ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬ ਕਰਨ, ਜਾਂ ਅਸੀਂ ਜਿਸ ਨੂੰ ਵੀ ਬਹੁਤ ਵੱਡਾ ਗੁਣੀ ਜਨ ਕਹੀਏ ਉਹ ਵੀ ਕਰੇਗਾ, ਤੇ ਉਸ ਦੇ ਕੋਲੋਂ ਵੀ ਇਹ ਅੱਖਰ ਤੁਹਾਨੂੰ ਸੁਣਾਈ ਦੇਣਗੇ ਕਿ ਪਾਤਸ਼ਾਹ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ। ਉਸ ਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਪਾਠ ਕਰਦੇ ਹਾਂ ਬਹੁਤ ਵਾਰ ਸਾਡਾ ਧਿਆਨ ਜਿਹੜਾ ਹੈ ਉਹ ਇੱਧਰ ਉੱਧਰ ਚਲਿਆ ਜਾਂਦਾ ਹੈ, ਅਤੇ ਪੰਕਤੀ ਪੜ੍ਹਦਿਆਂ ਸਾਡੇ ਕੋਲੋਂ ਮਾਤਰਾ ਜਿਹੜੀ ਹੈ ਕੋਈ ਘੱਟ ਲੱਗ ਜਾਂਦੀ ਹੈ, ਕੋਈ ਵੱਧ ਲੱਗ ਜਾਂਦੀ ਹੈ। ਜਿਵੇਂ ਅਸੀਂ ਆਨੰਦ ਸਾਹਿਬ ਦਾ ਹੀ ਪਾਠ ਬਹੁਤ ਵਾਰ ਸੁਣਾਂਗੇ ਤੇ ਸਾਨੂੰ ਇਹ ਸੁਣਾਈ ਦਿੱਤਾ ਹੋਵੇਗਾ ਕਿ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਉੱਥੇ ਲਿਖਿਆ ਤੇਰਾ ਹੈ ਪਰ ਅਸੀਂ ਬਹੁਤ ਵਾਰ ਤੇਰੇ ਪੜ੍ਹਦੇ ਹਾਂ। 5ਵੀਂ ਪੌੜੀ ਦੇ ਵਿੱਚ ਪਹੁੰਚਦੇ ਹਾਂ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਉੱਥੇ ਅਸੀਂ ਧਾਰਿਆ ਪੜ੍ਹਦੇ ਹਾਂ, ਕਿਉਂਕਿ ਅਗਲੀ ਪੰਕਤੀ ਦੇ ਵਿੱਚ ਆਉਂਦਾ ਹੈ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਛੋਟੀਆਂ ਛੋਟੀਆਂ ਜਿਹੜੀਆਂ ਗਲਤੀਆਂ ਹਨ, ਜਦੋਂ ਸਾਡਾ ਧਿਆਨ ਭਟਕਦਾ ਹੈ ਜਾਂ ਅਸੀਂ ਸੁਣੇ ਸੁਣਾਏ 'ਤੇ ਪਾਠ ਕਰਦੇ ਹਾਂ ਅਤੇ ਉਹ ਸਾਡੇ ਕੋਲੋਂ ਹੋ ਜਾਂਦੀਆਂ ਹਨ। ਜਾਂ ਫਿਰ ਜਦੋਂ ਅਸੀਂ ਪਾਠ ਕਰਦੇ ਹਾਂ ਅਤੇ ਸਾਡੀ ਜਿਹੜੀ ਜ਼ੁਬਾਨ ਹੈ ਉਹ ਕਦੇ ਨਾ ਕਦੇ ਸਲਿੱਪ ਕਰ ਜਾਂਦੀ ਹੈ, ਉਸ ਦੇ ਵਿੱਚ ਹੀ ਜਿਹੜਾ ਹੈ ਉਚਾਰਨ ਦਾ ਜਿਹੜਾ ਹੈ ਫਰਕ ਪੈਂਦਾ ਹੈ। ਇਸ ਵਾਸਤੇ ਇਹ ਅਰਦਾਸ ਕੀਤੀ ਜਾਂਦੀ ਹੈ ਕਿ ਪਾਤਸ਼ਾਹ ਜੀ ਜਾਣੇ ਅਣਜਾਣੇ ਦੇ ਵਿੱਚ ਸਾਡੇ ਕੋਲੋਂ ਭੁੱਲਾਂ ਹੁੰਦੀਆਂ ਹਨ, ਆਪ ਜੀ ਕਿਰਪਾ ਕਰਕੇ ਬਖਸ਼ਣਹਾਰ ਹੋ, ਸਾਨੂੰ ਬਖਸ਼ ਲੈਣਾ। ਉਸ ਤੋਂ ਬਾਅਦ ਸਾਡੀਆਂ ਦੁਨਿਆਵੀ ਮੰਗਾਂ ਦੀ ਗੱਲ ਆਉਂਦੀ ਹੈ, ਜਾਂ ਕਹਿ ਲਓ ਅਸੀਂ ਜਿਹੜੀਆਂ ਫਰਿਆਦਾਂ ਕਰਦੇ ਹਾਂ ਗੁਰੂ ਦੇ ਅੱਗੇ, ਔਰ ਉਹ ਕਰਨ ਦੇ ਵਿੱਚ ਕੋਈ ਦੋਸ਼ ਵੀ ਨਹੀਂ ਹੈ। ਮੰਗਣਾ ਪਰਮਾਤਮਾ ਦੇ ਕੋਲੋਂ ਅਸੀਂ ਸੱਚਾ ਨਾਮ ਹੈ, ਪਰ ਸੱਚੇ ਨਾਮ ਤੱਕ ਪਹੁੰਚਣ ਦੇ ਵਾਸਤੇ ਵੀ ਬਹੁਤ ਸਾਰੀਆਂ ਜਿਹੜੀਆਂ ਹਨ ਮੰਜ਼ਿਲਾਂ, ਰਸਤੇ ਵਿੱਚ ਬਹੁਤ ਸਾਰੀਆਂ ਪੌੜੀਆਂ ਆਉਂਦੀਆਂ ਹਨ। ਸਿੱਧੇ ਨਾਮ ਤੱਕ ਨਹੀਂ ਪਹੁੰਚਿਆ ਜਾ ਸਕਦਾ। ਜਿਹੜੀਆਂ ਸਾਡੀਆਂ ਦੁਨਿਆਵੀ ਮੰਗਾਂ ਹਨ ਉਹ ਵੀ ਅਸੀਂ ਗੁਰੂ ਪਾਸੋਂ ਅਤੇ ਅਕਾਲ ਪੁਰਖ ਪਰਮਾਤਮਾ ਦੇ ਪਾਸੋਂ ਹੀ ਮੰਗਣਾ ਹੈ। ਹੁਕਮਨਾਮਾ ਸਾਹਿਬ ਦੇ ਅੰਦਰ ਅਸੀਂ ਬਹੁਤ ਵਾਰ ਇਹ ਸ਼ਬਦ ਸਰਵਣ ਕੀਤਾ ਹੈ, ਜਦੋਂ ਕੀਰਤਨ ਹੁੰਦਾ ਹੈ ਜਾਂ ਆਰਤੀ ਦਾ ਗਾਇਨ ਹੁੰਦਾ ਹੈ ਕਿ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਇਸ ਤੋਂ ਬਾਅਦ ਜਿਹੜੀਆਂ ਅਗਲੀਆਂ ਪੰਕਤੀਆਂ ਉਹ ਸਾਰੀਆਂ ਦੁਨਿਆਵੀ ਮੰਗਾਂ ਦੀਆਂ ਹਨ। ਦਾਲ ਸੀਦਾ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ, ਪਨੀਆਂ ਸ਼ਾਦਨ ਨੀਕਾ ਅਨਾਜ ਮੰਗੋ ਸਤ ਸੀਕਾ। ਗਊ ਭੈਸ ਮੰਗੋ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ। ਭਗਤ ਧੰਨਾ ਜੀ ਜਿਹੜੇ ਪੂਰਨ ਭਗਤ ਹੋਏ ਹਨ, ਜਿਨ੍ਹਾਂ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਦਰ ਹੈ, ਜਿਨ੍ਹਾਂ ਨੂੰ ਅਸੀਂ ਰੋਜ਼ ਮੱਥਾ ਟੇਕਦੇ ਹਾਂ, ਉਹਨਾਂ ਨੇ ਵੀ ਆਪਣੀ ਬਾਣੀ ਦੇ ਅੰਦਰ ਇਹ ਵਸਤੂਆਂ ਅਕਾਲ ਪੁਰਖ ਪਰਮਾਤਮਾ ਦੇ ਪਾਸੋਂ ਮੰਗੀਆਂ ਹਨ। ਭਗਤ ਕਬੀਰ ਜੀ ਦਾ ਸ਼ਬਦ ਆਪਾਂ ਬਹੁਤ ਵਾਰ ਪੜ੍ਹਿਆ ਹੈ ਕਿ ਭੁੱਖੇ ਭਗਤ ਨਾ ਕੀਜੈ, ਜੈ ਮਾਲਾ ਆਪਣੇ ਲੀਜੈ। ਅਤੇ ਉਸ ਦੇ ਵਿੱਚ ਅੰਤਲੀ ਪੰਕਤੀ ਦੇ ਅੰਦਰ ਉਹਨੇ ਕਿਹਾ ਕਿ ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਪੱਬੋ। ਇਹ ਜਿਹੜੀਆਂ ਮੈਂ ਦਾਤਾਂ ਮੰਗੀਆਂ ਹਨ, ਸੁਗਾਤਾਂ ਮੰਗੀਆਂ ਹਨ, ਇਹ ਮੇਰਾ ਕੋਈ ਲਾਲਚ ਨਹੀਂ ਹੈ। ਮੈਨੂੰ ਆਪਣਾ ਜੀਵਨ ਵੀ ਜਿਹੜਾ ਹੈ ਉਸ ਨੂੰ ਚਲਾਉਣਾ ਹੈ, ਉਸ ਦੇ ਵਾਸਤੇ ਇਹ ਜ਼ਰੂਰਤਾਂ ਹਨ। ਤਾਂ ਪ੍ਰਭੂ ਜੀ ਮੈਂ ਤੁਹਾਡੇ ਪਾਸੋਂ ਇਹ ਮੰਗਾਂ ਮੰਗੀਆਂ ਹਨ। ਇਸ ਲਈ ਅਸੀਂ ਦੁਨਿਆਵੀ ਮੰਗਾਂ ਵੀ ਜਿਹੜੀਆਂ ਹਨ ਉਹ ਵੀ ਅਕਾਲ ਪੁਰਖ ਪਰਮਾਤਮਾ ਦੇ ਅੱਗੇ, ਗੁਰੂ ਦੇ ਅੱਗੇ ਰੱਖਣੀਆਂ ਹਨ। ਔਰ ਗੁਰੂ ਦੇ ਪਾਸੋਂ, ਪਰਮਾਤਮਾ ਦੇ ਪਾਸੋਂ ਮੰਗਣ ਲੱਗਿਆਂ ਸਾਨੂੰ ਕਦੇ ਵੀ ਸ਼ਰਮ ਨਹੀਂ ਕਰਨੀ ਚਾਹੀਦੀ। ਜਿਵੇਂ ਸਾਡੇ ਬੱਚੇ ਹਨ, ਜਾਂ ਜਦੋਂ ਅਸੀਂ ਬੱਚੇ ਸੀ, ਅਸੀਂ ਆਪਣੇ ਮਾਤਾ ਪਿਤਾ ਦੇ ਕੋਲੋਂ ਹਰ ਚੀਜ਼ ਮੰਗਦੇ ਸੀ। ਜੋ ਵੀ ਸਾਨੂੰ ਚਾਹੁੰਦਾ ਹੈ, ਮਨ ਕਰਦਾ, ਅਸੀਂ ਆਪਣੇ ਮਾਤਾ ਪਿਤਾ ਦੇ ਕੋਲੋਂ ਚੀਜ਼ ਮੰਗਦੇ ਹਾਂ। ਪਰ ਦੇਣੀ ਕਿਹੜੀ ਹੈ ਉਹ ਮਾਤਾ ਪਿਤਾ ਦੀ ਮਰਜ਼ੀ ਹੈ। ਜਿਹੜੀ ਸਾਡੇ ਵਾਸਤੇ ਯੋਗ ਹੈ, ਸਾਡੇ ਵਾਸਤੇ ਚੰਗੀ ਹੈ, ਉਹ ਚੀਜ਼ ਮਾਤਾ ਪਿਤਾ ਨੇ ਸਾਨੂੰ ਦੇਣੀ ਹੁੰਦੀ ਹੈ। ਪਰ ਮੰਗਦੇ ਤਾਂ ਅਸੀਂ ਸਾਰਾ ਕੁਝ ਹੀ ਹਾਂ। ਜੋ ਸਾਡੇ ਮਨ ਨੂੰ ਲੱਗਦਾ ਹੈ ਕਿ ਹਾਂ
ਇਹ ਚੀਜ਼ ਮੈਨੂੰ ਮਿਲ ਜਾਵੇ। ਜਿਵੇਂ ਬੱਚਾ ਹੈ, ਉਸ ਨੂੰ ਜੋ ਵੀ ਖਿਡੌਣਾ ਦਿਖਾਵਾਂਗੇ ਉਹ ਕਹੇਗਾ ਇਹ ਮੈਂ ਖਿਡੌਣਾ ਲੈਣਾ ਹੈ। ਇਸੇ ਤਰ੍ਹਾਂ ਇਸੇ ਅਕਾਲ ਪੁਰਖ ਪਰਮਾਤਮਾ ਦੇ ਪਾਸੋਂ ਵੀ ਮੰਗ ਸਕਦੇ ਹਾਂ। ਪਾਵਨ ਬਾਣੀ ਦਾ ਉਪਦੇਸ਼ ਹੈ, ਵਾਰਕ ਵਾਂਗੀ ਹੋਂ ਸਭ ਕੁਛ ਮੰਗਾ, ਦੇਂਦੇ ਤੋਟ ਨਾਹੀ ਪ੍ਰਭ ਰੰਗਾ। ਕਿ ਮੈਂ ਬਾਲਕ ਬਣ ਕੇ ਬੱਚਿਆਂ ਦੇ ਵਾਂਗ ਪਰਮਾਤਮਾ ਦੇ ਪਾਸੋਂ ਸਾਰਾ ਕੁਝ ਮੰਗਦਾ ਹਾਂ ਅਤੇ ਪਰਮਾਤਮਾ ਦੀਆਂ ਜਿਹੜੀਆਂ ਦਾਤਾਂ ਹਨ ਉਹ ਮੈਨੂੰ ਮਿਲਦੀਆਂ ਹਨ, ਉਹਨਾਂ ਦੇ ਵਿੱਚ ਕਦੇ ਕੋਈ ਤੋਟ ਨਹੀਂ ਆਉਂਦੀ। ਇਹ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਹੈ। ਇਸ ਲਈ ਅਸੀਂ ਦੁਨਿਆਵੀ ਮੰਗਾਂ ਵੀ ਅਕਾਲ ਪੁਰਖ ਪਰਮਾਤਮਾ ਦੇ ਪਾਸੋਂ ਮੰਗ ਸਕਦੇ ਹਾਂ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਪਰਮਾਤਮਾ ਦੇ ਪਾਸ ਸਭ ਕੁਝ ਹੈ। ਅਸੀਂ ਪਿੱਛੇ ਨਿਤਨੇਮ ਦੀਆਂ ਬਾਣੀਆਂ ਦੀ ਵਿਚਾਰ ਕਰਕੇ ਆਏ ਹਾਂ। ਉਸ ਦੇ ਅੰਦਰ ਹਰ ਗੱਲ ਦੀ ਪਾਤਸ਼ਾਹ ਜੀ ਨੇ ਵਿਚਾਰ ਦਿੱਤੀ ਹੈ, ਸਾਨੂੰ ਵਿਸਥਾਰ ਦਿੱਤਾ ਹੈ ਬਾਣੀ ਦੇ ਰਾਹੀਂ ਕਿ ਹਰ ਚੀਜ਼ ਦਾ ਜਿਹੜਾ ਮਾਲਕ ਹੈ ਉਹ ਅਕਾਲ ਪੁਰਖ ਪਰਮਾਤਮਾ ਹੈ। ਚਾਹੇ ਕੋਈ ਅੰਨ ਦਾ ਭੰਡਾਰ ਹੈ, ਚਾਹੇ ਕੋਈ ਪਾਣੀ ਦਾ ਭੰਡਾਰ ਹੈ, ਚਾਹੇ ਦੁੱਧ ਦਾ ਭੰਡਾਰ ਹੈ, ਚਾਹੇ ਪੁੱਤਾਂ ਦਾ ਭੰਡਾਰ ਹੈ, ਉਹ ਸਾਰਾ ਕੁਝ ਅਕਾਲ ਪੁਰਖ ਪਰਮਾਤਮਾ ਦੇ ਆਪਣੇ ਵੱਸ ਹੈ ਅਤੇ ਅਸੀਂ ਮੰਗਣਾ ਵੀ ਉਸੇ ਦੇ ਪਾਸੋਂ ਹੈ। ਅਤੇ ਦੂਸਰੀ ਅਰਦਾਸ ਹੁੰਦੀ ਹੈ ਸ਼ੁਕਰਾਨੇ ਦੀ ਅਰਦਾਸ, ਕਿ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ। ਦਾਤਾਂ ਮੰਗਣੀਆਂ ਵੀ ਸਾਡਾ ਫਰਜ਼ ਹੈ, ਦਾਤਾਂ ਮੰਗਣੀਆਂ ਵੀ ਸੌਖੀਆਂ ਹਨ, ਪਰ ਦਾਤਾਂ ਪ੍ਰਾਪਤ ਹੋਣ ਤੋਂ ਬਾਅਦ ਅਸੀਂ ਸ਼ੁਕਰਾਨਾ ਕਰੀਏ, ਇਹ ਵੀ ਸਾਡਾ ਫਰਜ਼ ਹੈ। ਪਰਮਾਤਮਾ ਨੂੰ ਸਾਡੇ ਸ਼ੁਕਰਾਨੇ ਦੀ ਲੋੜ ਨਹੀਂ ਵੀ ਕਰਾਂਗੇ ਅਤੇ ਉਸ ਦੀ ਵਡਿਆਈ ਦੇ ਵਿੱਚ ਕੋਈ ਫਰਕ ਨਹੀਂ ਪੈਣਾ, ਘਟ ਨਹੀਂ ਜਾਣੀ, ਅਤੇ ਜੇ ਕਰਾਂਗੇ ਤਾਂ ਪਰਮਾਤਮਾ ਦੀ ਵਡਿਆਈ ਸਾਡੇ ਕਰਨ ਦੇ ਨਾਲ ਵਧਣੀ ਨਹੀਂ ਹੈ। ਕਿਉਂਕਿ ਪਰਮਾਤਮਾ ਅਟੱਲ ਸ਼ਕਤੀ ਹੈ, ਨਾ ਬਾਅਦ ਹੈ ਨਾ ਘਾਟ ਹੈ, ਨਾ ਘਾਟ ਬਾਅਦ, ਉਹ ਤਾਂ ਉਸ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਪਰ ਜੇ ਅਸੀਂ ਸ਼ੁਕਰਾਨਾ ਕਰਾਂਗੇ ਤਾਂ ਸਾਨੂੰ ਪਰਮਾਤਮਾ ਦੀ ਨੇੜਤਾ ਜ਼ਰੂਰ ਮਿਲੇਗੀ। ਜਿਵੇਂ ਸਾਡਾ ਬੱਚਾ ਕੋਈ ਚੀਜ਼ ਮੰਗਦਾ ਹੈ ਅਤੇ ਜੇ ਤਾਂ ਉਸ ਦਾ ਸ਼ੁਕਰਾਨਾ ਕਰੇ ਤਾਂ ਅਸੀਂ ਉਸ ਨੂੰ ਬਿਨਾਂ ਮੰਗਣ ਤੋਂ ਹੋਰ ਚੀਜ਼ਾਂ ਵੀ ਦਿੰਦੇ ਹਾਂ ਕਿ ਹਾਂ ਇਹ ਬੱਚਾ ਸਿਆਣਾ ਹੈ। ਅਤੇ ਜੇ ਸਾਡਾ ਬੱਚਾ ਮੰਨੇ ਹੀ ਨਾ, ਲਈ ਵੀ ਜਾਵੇ ਅਤੇ ਨਾ ਸ਼ੁਕਰਾ ਵੀ ਰਹੇ, ਅਤੇ ਕਿਤੇ ਨਾ ਕਿਤੇ ਆ ਕੇ ਮਾਤਾ ਪਿਤਾ ਦਾ ਮੋਹ ਵੀ ਜਿਹੜਾ ਹੈ ਉਸ ਬੱਚੇ ਤੋਂ ਭੰਗ ਹੋਣਾ ਸ਼ੁਰੂ ਹੋ ਜਾਂਦਾ ਹੈ। ਅਕਾਲ ਪੁਰਖ ਪਰਮਾਤਮਾ ਦਾ ਵੀ ਸ਼ੁਕਰਾਨਾ ਕਰਾਂਗੇ ਅਤੇ ਸਾਨੂੰ ਉਸ ਦੇ ਪਾਸੋਂ ਹੋਰ ਅਸੀਸਾਂ ਮਿਲਣਗੀਆਂ, ਹੋਰ ਵਡਿਆਈਆਂ ਮਿਲਣਗੀਆਂ। ਅਤੇ ਜੇ ਅਸੀਂ ਸ਼ੁਕਰਾਨਾ ਨਹੀਂ ਕਰਾਂਗੇ ਤਾਂ ਫਿਰ ਸਾਨੂੰ ਪਰਮਾਤਮਾ ਦੀ ਕਿਰਪਾ ਕਿਵੇਂ ਮਿਲੇਗੀ। ਜਿਹੜੀ ਸਾਡੀ ਆਰੰਭਤਾ ਤੋਂ ਅਸੀਂ ਵਿਚਾਰ ਸ਼ੁਰੂ ਕੀਤੀ ਹੈ ਕਿ ਪਰਮਾਤਮਾ ਦੇ ਪਾਸੋਂ ਮੰਗਣਾ ਤੇ ਨਾਮ ਹੀ ਹੈ, ਸਾਡੇ ਜੀਵਨ ਦਾ ਆਧਾਰ ਵੀ ਨਾਮ ਹੀ ਹੈ, ਪਰ ਉਸ ਮੰਜ਼ਿਲ ਤੱਕ ਪਹੁੰਚਣ ਦੇ ਵਾਸਤੇ ਅਸੀਂ ਵੱਖ-ਵੱਖ ਪੜਾਵਾਂ ਦੇ ਵਿੱਚੋਂ ਉੱਥੇ ਤੱਕ ਪਹੁੰਚਣਾ ਹੈ। ਅਤੇ ਇਹ ਵੀ ਇੱਕ ਪੜਾਅ ਹੈ ਪਰਮਾਤਮਾ ਦੇ ਦਰ ਦੇ ਨਾਲ ਹੋਰ ਨੇੜੇ ਹੋਣ ਦਾ, ਕਿ ਅਸੀਂ ਉਸ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰੀਏ। ਪਾਤਸ਼ਾਹ ਜੀ ਪਾਵਨ ਬਾਣੀ ਦੇ ਅੰਦਰ ਸਾਨੂੰ ਸ਼ੁਕਰਾਨਾ ਕਰਨਾ ਸਿਖਾਉਂਦੇ ਹਨ ਕਿ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸ਼ਾਬਾਸ਼। ਜਿਸ ਦੇ ਕੋਲੋਂ ਸਾਨੂੰ ਦਾਤਾਂ ਮਿਲਦੀਆਂ ਹਨ, ਸਾਨੂੰ ਉਸ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ, ਉਸ ਦੀ ਵਡਿਆਈ ਕਰਨੀ ਚਾਹੀਦੀ ਹੈ ਕਿ ਹੇ ਪ੍ਰਭੂ ਜੀ ਤੁਹਾਡੇ ਕਰਕੇ ਸਾਡਾ ਘਰ ਚੱਲ ਰਿਹਾ ਹੈ, ਸਾਡਾ ਪਰਿਵਾਰ ਚੱਲ ਰਿਹਾ ਹੈ। ਪਰ ਕਦੇ ਵੀ ਮਨ ਦੇ ਅੰਦਰ ਹੰਕਾਰ ਨਹੀਂ ਕਰਨਾ, ਮਨ ਦੇ ਅੰਦਰ ਇਹ ਵਹਿਮ ਨਹੀਂ ਪਾਲਣਾ ਕਿ ਇਹ ਜੋ ਪ੍ਰਾਪਤ ਹੋਇਆ ਹੈ ਮੇਰੀ ਵਿਦਵਤਾ ਕਰਕੇ ਜਾਂ ਮੇਰੀ ਸਿਆਣਪ ਕਰਕੇ ਜਾਂ ਮੇਰੇ ਗੁਣਾਂ ਕਰਕੇ ਮੈਨੂੰ ਪ੍ਰਾਪਤ ਹੋਇਆ ਹੈ। ਕਿਉਂਕਿ ਗੁਣ ਸਾਡੇ ਕੋਲ ਜੇ ਮਿਲੇ ਵੀ ਹਨ ਤਾਂ ਉਹ ਵੀ ਪਰਮਾਤਮਾ ਦੀ ਮਰਜ਼ੀ ਦੇ ਨਾਲ ਮਿਲੇ ਹਨ। ਜੇ ਸਾਡੇ ਕੋਲ ਕੋਈ ਦੁਨਿਆਵੀ ਤਾਕਤ ਆਈ ਹੈ ਤਾਂ ਉਹ ਵੀ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਦੇ ਨਾਲ ਆਈ ਹੈ। ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ।
ਅਸੀਂ ਸੰਸਾਰ ਦੇ ਵਿੱਚ ਰਹਿੰਦੇ ਹਾਂ ਅਤੇ ਸੰਸਾਰੀ ਉਦਾਹਰਣ ਜਿਹੜੀ ਹੈ ਉਹ ਸਾਨੂੰ ਜਲਦੀ ਸਮਝ ਆ ਜਾਂਦੀ ਹੈ। ਹੁਣੇ ਵੋਟਾਂ ਪਈਆਂ ਹਨ ਛੱਤੀਸਗੜ੍ਹ ਦੇ ਵਿੱਚ, ਅਨੇਕਾਂ ਲੋਕਾਂ ਦੀ ਦੌੜ ਲੱਗੀ ਹੋਈ ਸੀ ਕਿ ਅਸੀਂ ਮੁੱਖ ਮੰਤਰੀ ਬਣਨਾ ਹੈ। ਬਹੁਤਿਆਂ ਦੇ ਜਿਹੜੇ ਸਮਰਥਕ ਸੀ ਉਹਨਾਂ ਨੂੰ ਵੀ ਲੱਗਦਾ ਸੀ ਕਿ ਸਾਡਾ ਹੀ ਬੰਦਾ ਮੁੱਖ ਮੰਤਰੀ ਬਣਨਾ ਹੈ। ਪਰ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਖਲ ਮੂਰਤ ਤੇ ਪੰਡਤ ਕਰ ਤੋਂ ਪੰਡਤ ਤੇ ਮੁਗਦਾਰੀ। ਉਹ ਅਕਾਲ ਪੁਰਖ ਪਰਮਾਤਮਾ ਦੇ ਹੱਥ ਵਿੱਚ ਹੈ ਕਿ ਉਸਨੇ ਵਡਿਆਈ ਕਿਸ ਨੂੰ ਦੇਣੀ ਹੈ। ਵਿਸ਼ਨੂੰ ਦੇਵ ਸਾਏ ਮੁੱਖ ਮੰਤਰੀ ਬਣ ਗਿਆ, ਬਾਕੀ ਜਿੰਨੇ ਸਨ ਸਾਰੇ ਦੌੜ ਦੇ ਵਿੱਚੋਂ ਪਿਛਾਂਹ ਰਹਿ ਗਏ। ਇਹ ਉਸਦੀ ਆਪਣੀ ਤਾਕਤ ਨਹੀਂ, ਕਿਉਂਕਿ ਉਸ ਤੋਂ ਪਹਿਲਾਂ ਦੇ ਵੱਡੇ ਨੇਤਾ ਵੀ ਪਾਰਟੀ ਦੇ ਵਿੱਚ ਸਨ, ਪਰ ਜਿਸ ਦੇ ਉੱਤੇ ਪ੍ਰਮਾਤਮਾ ਦੀ ਮਿਹਰ ਹੋਵੇਗੀ ਦਾਤ ਉਸ ਨੂੰ ਪ੍ਰਾਪਤ ਹੋਵੇਗੀ। ਸਾਡੇ ਦੇਸ਼ ਦੀ ਰਾਸ਼ਟਰਪਤੀ ਹੈ ਜਿਹੜੀ, ਉਸ ਨੂੰ ਰਾਸ਼ਟਰਪਤੀ ਬਣਨ ਤੋਂ ਪਹਿਲਾਂ 99% ਭਾਰਤ ਦੇ ਲੋਕ ਜਾਣਦੇ ਵੀ ਨਹੀਂ ਸਨ ਕਿ ਇਹ ਵੀ ਸਾਡੇ ਦੇਸ਼ ਦੇ ਵਿੱਚ ਵਸਣ ਵਾਲੀ ਮਹਿਲਾ ਹੈ। ਪਰ ਪਰਮਾਤਮਾ ਨੇ ਉਸ ਨੂੰ ਵਡਿਆਈ ਬਖਸ਼ਣੀ ਸੀ ਅਤੇ ਦੇਸ਼ ਦੀ ਸਿਰਮੌਰ ਹਸਤੀ ਬਣਾ ਕੇ ਬਿਠਾ ਦਿੱਤਾ। ਅੱਜ ਉਸ ਦੇ ਨਾਮ ਤੋਂ ਬਿਨਾਂ ਸਾਡਾ ਕੋਈ ਕਾਰਜ ਨਹੀਂ ਹੋ ਸਕਦਾ। ਇਹ ਉਸ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਹੈ। ਇਸ ਲਈ ਕਦੇ ਵੀ ਜੇ ਸਾਨੂੰ ਕੋਈ ਦਾਤ ਪ੍ਰਾਪਤ ਹੁੰਦੀ ਹੈ ਜਾਂ ਸਾਡੇ ਕੋਲੋਂ ਕੋਈ ਚੰਗਾ ਕਾਰਜ ਹੁੰਦਾ ਹੈ ਅਤੇ ਉਸ ਨੂੰ ਆਪਣੇ ਮੱਥੇ ਨਾ ਮੜੀਏ ਕਿ ਸਾਡੇ ਕੋਲੋਂ ਹੋਇਆ, ਇਹ ਸਾਡੀ ਲਿਆਕਤ ਸੀ ਜਾਂ ਸਾਡੇ ਕੋਲ ਤਾਕਤ ਸੀ। ਇਹ ਉਸ ਅਕਾਲ ਪੁਰਖ ਪਰਮਾਤਮਾ ਦੀ ਮਰਜ਼ੀ ਦੇ ਨਾਲ ਹੀ ਹੁੰਦਾ ਹੈ। ਅਨੇਕਾਂ ਲੋਕ ਇਮਤਿਹਾਨ ਦਿੰਦੇ ਹਨ ਪਰ ਪਾਸ ਕੁਝ ਹੀ ਲੋਕ ਹੁੰਦੇ ਹਨ। ਸਾਰੀ ਦੁਨੀਆ ਪਾਸ ਨਹੀਂ ਹੋ ਸਕਦੀ, ਕਿਉਂਕਿ ਵਡਿਆਈ ਜਿਹੜੀ ਹੈ ਉਹ ਪਰਮਾਤਮਾ ਨੇ ਦੇਣੀ ਹੈ। ਇਸ ਲਈ ਸਾਨੂੰ ਸਦਾ ਹੀ ਸ਼ੁਕਰਾਨੇ ਦੇ ਵਿੱਚ ਰਹਿਣਾ ਚਾਹੀਦਾ ਹੈ। ਅਤੇ ਜਿਹੜਾ ਮਨੁੱਖ ਸ਼ੁਕਰਾਨਾ ਨਹੀਂ ਕਰਦਾ ਉਸ ਮਨੁੱਖ ਨੂੰ ਅਕਿਰਤ ਘਣ ਆਖਿਆ ਜਾਂਦਾ ਹੈ। ਤੁਮ ਦੇਵੋ ਸਭ ਕੁਛ ਦਇਆ ਧਾਰ, ਹਮ ਅਕਿਰਤ ਕਣਾਏ। ਪ੍ਰਭੂ ਤੇ ਸਾਨੂੰ ਸਾਰੀਆਂ ਦਾਤਾਂ ਦਿੰਦਾ ਹੈ, ਪਰ ਅਸੀਂ ਉਹਨਾਂ ਦਾਤਾਂ ਦੇ ਉੱਤੇ ਆਪਣਾ ਠੱਪਾ ਲਾ ਕੇ ਪਰਮਾਤਮਾ ਦੀ ਵਡਿਆਈ ਨੂੰ ਭੁੱਲ ਜਾਂਦੇ ਹਾਂ ਅਤੇ ਉਸ ਨੂੰ ਅਕਿਰਤ ਘਣ ਕਿਹਾ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਅਕਿਰਤ ਘਣ ਦੀ ਵਡਿਆਈ ਕੀਤੀ ਹੈ ਕਿ ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਕੋਟ ਗੜ੍ਹ ਘਰ ਬਾਰ ਦਿਸੰਦੇ, ਨਾ ਤਿਸ ਭਾਰੇ ਸਾਇਰਾਂ ਨਦ ਵਾਹ ਬਹੰਦੇ, ਨਾ ਤਿਸ ਭਾਰੇ ਤਰਬਰਾਂ ਫਲ ਸੁਫਲ ਫਲੰਦੇ, ਨਾ ਤਿਸ ਭਾਰੇ ਜੀ ਜੰਤ ਅਣਗਣਤ ਫਿਰੰਦੇ, ਭਾਰੇ ਭੂਈ ਅਕਿਰਤ ਘਣ ਮੰਦੀ ਹੂ ਮੰਦੇ। ਜਿਹੜੇ ਵੱਡੇ ਵੱਡੇ ਪਹਾੜ ਅਸਮਾਨ ਨੂੰ ਛੂਹਣ ਵਾਲੇ ਹਨ, ਐਡੇ ਉੱਚੇ ਹਨ, ਉਹਨਾਂ ਦਾ ਵੀ ਧਰਤੀ ਦੇ ਉੱਤੇ ਕੋਈ ਭਾਰ ਹੈ ਨਹੀਂ ਹੈ। ਧਰਤੀ ਨੂੰ ਉਹ ਵੀ ਭਾਰੇ ਨਹੀਂ ਲੱਗਦੇ। ਜਿਹੜੇ ਵੱਡੇ ਵੱਡੇ ਕਿਲ੍ਹੇ ਬਣੇ ਹੋਏ ਹਨ, ਵੱਡੇ ਵੱਡੇ ਮਹਿਲ ਬਣੇ ਹੋਏ ਹਨ, ਉਹਨਾਂ ਦਾ ਵੀ ਧਰਤੀ ਨੂੰ ਭਾਰ ਨਹੀਂ ਲੱਗਦਾ। ਵੱਡੇ ਵੱਡੇ ਦਰਿਆ ਨਦੀਆਂ ਨਾਲੇ ਚੱਲਦੇ ਹਨ, ਉਹਨਾਂ ਦਾ ਵੀ ਧਰਤੀ ਨੂੰ ਭਾਰ ਨਹੀਂ ਲੱਗਦਾ। ਨਾ ਵੱਡੇ ਵੱਡੇ ਦਰੱਖਤਾਂ ਦਾ ਜਦੋਂ ਫਲ ਲੱਗ ਜਾਂਦਾ ਹੈ, ਫਲ ਦੇ ਨਾਲ ਹੋਰ ਭਾਰ ਪੈਂਦਾ ਹੈ, ਤਾਂ ਵੀ ਧਰਤੀ ਨੂੰ ਉਹ ਭਾਰੇ ਨਹੀਂ ਲੱਗਦੇ। ਕਰੋੜਾਂ ਹੀ ਲੋਕ, ਕਰੋੜਾਂ ਹੀ ਜੀਵ ਜੰਤ, ਕੀੜੇ ਮਕੌੜੇ ਧਰਤੀ ਦੇ ਉੱਤੇ ਫਿਰਦੇ ਹਨ, ਧਰਤੀ ਨੂੰ ਉਹ ਵੀ ਭਾਰੇ ਨਹੀਂ ਲੱਗਦੇ। ਜੇ ਧਰਤੀ ਦੇ ਉੱਤੇ ਕਿਸੇ ਦਾ ਭਾਰ ਹੈ, ਉਹ ਅਕਿਰਤ ਘਣ ਬੰਦੇ ਹਨ, ਜਿਹੜੇ ਮੰਦੀ ਹੂੰ ਮੰਦੇ। ਉਹ ਮਾੜਿਆਂ ਤੋਂ ਵੀ ਮਾੜੇ ਹਨ ਜਿਹੜੇ ਅਕਿਰਤ ਘਣ ਹਨ। ਇਸ ਲਈ ਸਾਨੂੰ ਕਦੇ ਅਕਿਰਤ ਘਣ ਨਹੀਂ ਬਣਨਾ। ਸਾਨੂੰ ਸਦਾ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਰਹਿਣਾ ਹੈ, ਸਦਾ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ ਹੈ। ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਬਹੁਤ ਸਾਰੀਆਂ ਅਰਦਾਸਾਂ ਹੁੰਦੀਆਂ ਹਨ, ਉਹ ਮੰਗਣਾ ਅਸੀਂ ਸਭ ਕੁਝ ਪਰਮਾਤਮਾ ਦੇ ਪਾਸੋਂ ਹੀ ਹੈ, ਪਰ ਸਾਡੀ ਕੁਝ ਲਾਲਸਾ ਇਹ ਵਧੀ ਹੋਈ ਹੈ ਕਿ ਅਰਦਾਸ ਦੇ ਵਿੱਚ ਕਾਰਜ ਕਿਸੇ ਦਾ ਵੀ ਹੋਵੇ ਅਤੇ ਨਾਮ ਸਾਡਾ ਆਵੇ। ਵਿਆਹ ਕਿਸੇ ਦੇ ਬੱਚੇ ਦਾ ਹੁੰਦਾ ਹੈ ਅਤੇ 10-10 ਜਣੇ ਨਾਲ ਅਰਦਾਸਾਂ ਲਿਖਾਉਂਦੇ ਹਨ, ਸਾਡੇ ਵੱਲੋਂ ਸੁਭਾਗ ਜੋੜੀ ਦੇ ਵਿਆਹ ਕਾਰਜ ਦੀ ਖੁਸ਼ੀ ਦੇ ਵਿੱਚ ਅਰਦਾਸ ਹੈ। ਇਹ ਅਰਦਾਸ ਉਹਨਾਂ ਦੇ ਭਲੇ ਦੇ ਵਾਸਤੇ ਨਹੀਂ, ਆਪਣਾ ਨਾਮ ਚਮਕਾਉਣ ਦੇ ਵਾਸਤੇ ਹੈ ਕਿ ਹਾਂ ਵੀ ਅਸੀਂ ਤੇਰੇ ਬੱਚੇ ਦੇ ਵਿਆਹ ਦੇ ਵਿੱਚ ਖੁਸ਼ੀਆਂ ਮਨਾਈਆਂ ਹਨ। ਅਤੇ ਜਿਸ ਦੇ ਬੱਚੇ ਦੇ ਵਿਆਹ ਦੇ ਵਿੱਚ ਤੁਸੀਂ ਸ਼ਾਮਲ ਹੋ ਗਏ, ਨਾਲ ਭੰਗੜੇ ਪਾ ਲਏ, ਨੱਚ ਲਿਆ, ਕੁੱਦ ਲਿਆ, ਪਾਰਟੀਆਂ ਕਰ ਲਈਆਂ, ਉਹਨੂੰ ਉਸ ਵੇਲੇ ਪਤਾ ਨਹੀਂ ਲੱਗਾ ਕਿ ਤੁਸੀਂ ਉਸ ਦੇ ਵਿਆਹ ਦੇ ਵਿੱਚ ਸ਼ਾਮਲ ਹੋ, ਉਸ ਦੇ ਨਾਲ ਖੜੇ, ਉਸ ਦੇ ਨਾਲ ਤੁਹਾਡਾ ਪ੍ਰੇਮ ਹੈ।
ਜਾਂ ਕੇਵਲ ਗੁਰਦੁਆਰੇ ਆ ਕੇ ਹੀ ਸਾਨੂੰ ਇਹ ਦਿਖਾਲਣਾ ਹੈ ਕਿ ਹਾਂ ਵੀ ਸਾਡਾ ਬਹੁਤ ਪ੍ਰੇਮ ਹੈ। ਤੇ ਕਈ ਇਸ ਤੋਂ ਅਗਾਂਹ ਵੀ ਜਾਂਦੇ ਹਨ। ਇੱਕ ਵਾਰ ਤੁਸੀਂ ਕੋ ਆ ਕੇ ਮੇਰੇ ਨਾਲ ਲੜੀ ਪਿਆ ਸੀ ਕਿ ਤੁਸੀਂ ਮੇਰਾ ਨਾਮ ਚੰਗੇ ਤਰੀਕੇ ਦੇ ਨਾਲ ਨਹੀਂ ਲਿਆ। ਮੈਂ ਕਿਹਾ ਤੁਹਾਨੂੰ ਪਤਾ ਲੱਗਾ ਕਿ ਤੁਹਾਡਾ ਨਾਮ ਲਿਆ? ਕਹਿੰਦੇ ਹਾਂਜੀ। ਮੈਂ ਕਿਹਾ ਫਿਰ? ਕਹਿੰਦੇ ਸੰਗਤ ਨੂੰ ਸਮਝ ਨਹੀਂ ਆਈ ਕਿ ਸਾਡਾ ਨਾਮ ਤੁਸੀਂ ਲਿਆ ਅਰਦਾਸ ਦੇ ਵਿੱਚ। ਇਹ ਸਾਡੀ ਲਾਲਸਾ ਹੈ। ਲਾਲਸਾ ਜਿਹੜੀ ਹੈ ਉਹ ਹਉਮੈ ਨੂੰ ਵੀ ਪੱਠੇ ਪਾਉਂਦੀ ਹੈ ਅਤੇ ਸਾਡੇ ਹੰਕਾਰ ਨੂੰ ਵੀ ਉਹ ਦਾਣਾ ਪਾਣੀ ਪਾਉਂਦੀ ਹੈ, ਜਿਸ ਦੇ ਨਾਲ ਸਾਡਾ ਹੰਕਾਰ ਵੱਧਦਾ, ਹਾਂ ਬਈ ਮੇਰਾ ਨਾਮ ਅਰਦਾਸ ਦੇ ਵਿੱਚ ਲਿਆ। ਇੱਕ ਸਾਨੂੰ ਹੋਰ ਵੀ ਬਿਮਾਰੀ ਲੱਗੀ ਹੋਈ ਹੈ ਕਿ ਜਦੋਂ ਕੋਈ ਰਾਗੀ ਸਿੰਘ ਕੀਰਤਨ ਕਰਨ ਆਇਆ ਹੋਵੇ ਤੇ ਅਸੀਂ ਚਿੱਠ ਲਿਖ ਕੇ ਭੇਜਦੇ ਹਾਂ ਕਿ ਆਹ ਸਾਡੇ ਵੱਲੋਂ ਸ਼ਬਦ ਪੜ੍ਹਨਾ ਹੈ। ਅਤੇ ਸਾਡੇ ਬਹੁਤ ਸਾਰੇ ਰਾਗੀ ਵੀ ਆਉਂਦੇ ਹਨ, ਉਹ ਫਿਰ ਉਹਨਾਂ ਦੀਆਂ ਵਡਿਆਈਆਂ ਕਰਦੇ ਨੇ, ਫਲਾਣੇ ਪਰਿਵਾਰ ਨੇ ਆਹ ਸ਼ਬਦ ਪੜ੍ਹਵਾਇਆ। ਜੇ ਇੱਕ ਬੰਦੇ ਦੇ ਕਰਕੇ ਤੁਸੀਂ ਸ਼ਬਦ ਪੜ੍ਹਨਾ ਹੈ ਤੇ ਬਾਕੀ ਸੰਗਤ ਫਿਰ ਕਿਉਂ ਬੈਠੀ ਹੈ? ਕੇਵਲ ਉਸੇ ਬੰਦੇ ਨੂੰ ਸ਼ਬਦ ਸੁਣਾ ਦਿਓ, ਬਾਕੀ ਸੰਗਤ ਨੂੰ ਕਹੋ ਭਾਈ ਤੁਸੀਂ ਜਾਓ, ਜਦੋਂ ਤੁਹਾਡੀ ਵਾਰੀ ਆਊਗੀ ਫਿਰ ਤੁਹਾਨੂੰ ਅਸੀਂ ਸ਼ਬਦ ਸੁਣਾਵਾਂਗੇ। ਵੈਸੇ ਤਾਂ ਸਾਨੂੰ ਕੋਈ ਡਿਮਾਂਡ ਕਰਨੀ ਨਹੀਂ ਚਾਹੀਦੀ ਸ਼ਬਦ ਦੀ, ਕਿਉਂਕਿ ਜਦੋਂ ਅਸੀਂ ਸੰਗਤ ਦੇ ਵਿੱਚ ਆ ਗਏ ਫਿਰ ਅਸੀਂ ਨਿਮਾਣਿਆਂ ਦੇ ਮਾਣ ਨੂੰ ਜਦੋਂ ਧਿਆ ਲਿਆ ਫਿਰ ਨਿਮਾਣੇ ਬਣਨਾ ਹੈ। ਅਤੇ ਜੇ ਕੋਈ ਸਾਡਾ ਦਿੱਤਾ ਸ਼ਬਦ ਪੜ੍ਹ ਦਿੰਦਾ ਤਾਂ ਫਿਰ ਅਸੀਂ ਚੌੜੇ ਹੋ ਕੇ ਦੱਸਦੇ ਹਾਂ ਵੀ ਆਹ ਸ਼ਬਦ ਮੈਂ ਕਹਿ ਕੇ ਆਇਆ ਸੀ, ਮੇਰੇ ਕਹਿਣ 'ਤੇ ਪੜ੍ਹਿਆ। ਅਤੇ ਹੋ ਕੀ ਰਿਹਾ? ਉਹ ਸਾਡੇ ਹੰਕਾਰ ਨੂੰ ਪੱਠੇ ਪੈ ਰਹੇ ਹਨ। ਗੁਰੂ ਘਰ ਆ ਕੇ ਵੀ ਅਸੀਂ ਨਾਮ ਦੀ ਪ੍ਰਾਪਤੀ ਕਰਨੀ ਸੀ ਅਤੇ ਹੰਕਾਰ ਦੀ ਪ੍ਰਾਪਤੀ ਕਰ ਰਹੇ ਹਾਂ। ਇਸ ਲਈ ਅਰਦਾਸਾਂ ਦੇ ਵਿੱਚ ਮੰਗਣਾ ਅਸੀਂ ਗੁਰੂ ਦੇ ਪਾਸੋਂ ਸਭ ਕੁਝ ਹੈ, ਪਰ ਹੰਕਾਰ ਨਾ ਮੰਗੀਏ, ਆਪਣੀ ਹਉਮੈ ਨਾ ਮੰਗੀਏ ਕਿ ਆਹ ਕਾਰਜ ਮੈਂ ਕੀਤਾ ਹੈ ਅਤੇ ਤਾਂ ਮੇਰੇ ਨਾਮ ਦੀ ਅਰਦਾਸ ਹੁੰਦੀ ਹੈ। ਤੁਸੀਂ ਬਹੁਤ ਵਾਰ ਅਰਦਾਸ ਸੁਣੀ ਹੋਵੇਗੀ। ਅਰਦਾਸ ਦੇ ਵਿੱਚ ਕਦੇ ਵੀ ਕਿਸੇ ਦੀ ਪਦਵੀ ਨਹੀਂ ਦੱਸੀ ਜਾਂਦੀ ਕਿ ਕੋਈ ਡਾਕਟਰ ਹੈ, ਕੋਈ ਵਕੀਲ ਹੈ, ਕੋਈ ਜੱਜ ਹੈ, ਕੋਈ ਕਲੈਕਟਰ ਹੈ, ਕੋਈ ਵੀ ਉਸ ਦੀ ਪਦਵੀ ਹੋਵੇ, ਉਹ ਅਰਦਾਸ ਦੇ ਵਿੱਚ ਬੋਲੀ ਨਹੀਂ ਜਾਂਦੀ। ਕਿਉਂ? ਕਿਉਂਕਿ ਅਰਦਾਸ ਨਿਮਾਣੇ ਹੋ ਕੇ ਕੀਤੀ ਜਾਂਦੀ ਹੈ। ਜੇ ਆਪਾਂ ਆਪਣਾ ਪਾਦੀ ਗੁਰੂ ਨੂੰ ਦੱਸਦਾ ਕਿ ਮੈਂ ਡਾਕਟਰ ਹਾਂ ਜਾਂ ਮੈਂ ਫਲਾਣੇ ਅਹੁਦੇ 'ਤੇ ਬੈਠਾ ਹਾਂ ਅਤੇ ਮੇਰੇ ਵੱਲੋਂ ਅਰਦਾਸ ਹੈ, ਅਤੇ ਫਿਰ ਤਾਂ ਅਸੀਂ ਵੱਡੇ ਹੋ ਗਏ। ਇਸ ਲਈ ਅਰਦਾਸ ਜਿਹੜੀ ਹੈ ਉਹ ਨਿਮਰਤਾ ਦਾ ਇੱਕ ਰੂਪ ਹੈ। ਅਤੇ ਅਰਦਾਸ ਕਰਕੇ ਹੀ ਚਾਹੇ ਅਸੀਂ ਆਪਣੇ ਘਰ ਦੀਆਂ ਲੋੜਾਂ ਤੋਂ ਮੰਗਣਾ ਸ਼ੁਰੂ ਕਰਾਂਗੇ, ਮੰਗਦਿਆਂ ਜਦੋਂ ਸ਼ੁਕਰਾਨੇ 'ਤੇ ਆਵਾਂਗੇ ਅਤੇ ਸ਼ੁਕਰਾਨਾ ਕਰਨ ਦੀ ਸਾਨੂੰ ਆਦਤ ਪਵੇਗੀ ਅਤੇ ਸਾਡੇ ਉੱਤੇ ਪਰਮਾਤਮਾ ਦੀ ਹੋਰ ਕਿਰਪਾ ਹੋਵੇਗੀ। ਫਿਰ ਇਸੇ ਤਰ੍ਹਾਂ ਅਗਾਂਹ ਵਧਦਿਆਂ ਸਾਡੇ ਅੰਦਰ ਸੱਚੇ ਨਾਮ ਦੀ ਵੀ ਜਿਹੜੀ ਚਿਣਗ ਹੈ ਜਾਂ ਲਗਨ ਹੈ ਉਹ ਪੈਦਾ ਹੋਵੇਗੀ। ਸਾਡੀ ਜਿਹੜੀ ਅਸਲੀ ਲੋੜ ਹੈ ਜੀਵਨ ਦੀ ਉਹ ਹੈ ਸੱਚਾ ਨਾਮ, ਕਿ ਭਈ ਪ੍ਰਾਪਤ ਮਨੁੱਖ ਦੇ ਹੋਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਪਣਾ ਨਾਮ ਹੈ, ਪਰ ਨਾਮ ਜਪਣ ਦੇ ਵਾਸਤੇ ਸਾਨੂੰ ਦੁਨਿਆਵੀ ਪਦਾਰਥਾਂ ਦੀ ਵੀ ਲੋੜ ਹੈ, ਉਹ ਵੀ ਸਾਨੂੰ ਗੁਰੂ ਨੇ ਬਖਸ਼ਣੀਆਂ ਹਨ। ਇਸ ਲਈ ਅਰਦਾਸ ਜਿਹੜੀ ਹੈ ਉਹ ਸਾਨੂੰ ਪ੍ਰਭੂ ਮਿਲਾਪ ਦਾ ਇੱਕ ਰਸਤਾ ਹੈ, ਪਰ ਉਸ ਰਸਤੇ ਦੇ ਉੱਤੇ ਅਸੀਂ ਤੁਰੀਏ। ਕੇਵਲ ਮੰਗਾਂ ਮੰਨ ਕੇ ਬੇਸ਼ੁਕਰੇ ਨਾ ਸ਼ੁਕਰੇ ਨਾ ਹੋਈਏ, ਅਤੇ ਮੰਗਾਂ ਉਹ ਮੰਗੀਏ ਜਿਸ ਦੇ ਨਾਲ ਸਾਡੇ ਜੀਵਨ ਦੇ ਅੰਦਰ ਸਾਡੀਆਂ ਲੋੜਾਂ ਵੀ ਪੂਰੀਆਂ ਹੋ ਜਾਣ ਅਤੇ ਸਾਨੂੰ ਨਿਮਰਤਾ ਦੀ ਦਾਤ ਵੀ ਪ੍ਰਾਪਤ ਹੋ ਜਾਵੇ। ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਨ। 2 ਦਿਨਾਂ ਦੀ ਅਰਦਾਸ ਦੀ ਵਿਚਾਰ ਬਚੀ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਤੱਕ ਪਹੁੰਚਣ ਦੇ ਵਾਸਤੇ। ਉਸ ਤੋਂ ਬਾਅਦ 18 ਤਰੀਕ ਤੋਂ ਗੁਰੂ ਕਿਰਪਾ ਦੇ ਨਾਲ ਨਵੀਂ ਬਾਣੀ ਦੀ ਆਰੰਭਤਾ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।